ਹਿਊਮਨ ਰਾਈਟਸ ਜਿਹੜੇ ਉਹਦੀ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ। ਜੇ ਕਿਸੇ ਨੇ ਪ੍ਰੋਟੈਸਟ ਕੀਤਾ, ਜੇ ਕਿਸੇ ਨੇ ਕੋਈ ਆਫੈਂਸ ਕੀਤਾ, ਠੀਕ ਹੈ, ਆਲ ਰਾਈਟ। ਜਿਹਨੇ ਨਹੀਂ ਕੀਤਾ ਉਹ ਵੀ ਲਾਪਤਾ, ਤੇ ਫਿਰ ਤੇ ਲਾਲੈਸਨੈਸ ਹੋ ਗਈ ਨਾ, ਜਿਹੜੀ ਕਿ ਨਹੀਂ ਹੋਣੀ। ਜਿਹਦਾ ਜਿਹੜੇ ਬੰਦੇ ਗੁੰਮ ਨੇ ਜਾਂ ਲਾਪਤਾ ਨੇ, ਜੇਲ੍ਹਾਂ 'ਚ ਨੇ, ਜਾਂ ਆਇਆ ਉਹ ਕਿਤੇ ਕਿੱਧਰ ਗਏ ਨੇ, ਆਖਰਕਾਰ ਧਰਤੀ ਥੋੜ੍ਹੀ ਖਾ ਗਈ ਹੈ, ਤੇ ਇੱਥੇ ਹੀ ਨਾ ਕਿ ਜੇ ਉਹਨਾਂ ਦੇ ਉੱਤੇ ਕੋਈ ਉਹਨਾਂ ਨੇ ਕੋਈ ਜੁਰਮ ਕੀਤਾ ਤਾਂ ਉਹਦੇ ਮੁਤਾਬਕ ਵੀ ਪਤਾ ਤਾਂ ਲੱਗਣਾ ਚਾਹੀਦਾ ਕਿੱਥੇ ਨੇ। ਦੇਖੋ, ਜਿਹੜਾ ਇਹ ਗੱਲ ਕਹਿੰਦੇ ਆ ਕਿ ਤਿਰੰਗੇ ਦਾ ਅਪਮਾਨ ਹੋਇਆ, ਉਹ ਤਾਂ ਗਲਤ ਗੱਲ ਹੈ। ਤਿਰੰਗਾ ਤਾਂ ਉਸੇ ਤਰ੍ਹਾਂ ਝੁਲਦਾ ਪਿਆ। ਦਲਾਕ ਬਰਾਂਗਲਾ ਦੇ ਸਾਡੇ ਮੈਡਮ ਅਰੁਣਾ ਚੌਧਰੀ ਜੀ, ਜਿਨ੍ਹਾਂ ਨੇ ਵਿਕਾਸ ਦੀਆਂ ਬਹੁਤ ਝੜੀਆਂ ਲਾਈਆਂ ਹੋਈਆਂ ਨੇ, ਪੁੱਛਣਾ ਚਾਹਾਂ ਕਿ ਅੱਜ ਜਿਹੜੀ ਸੜਕ ਨੂੰ ਲੈ ਕੇ ਕਿੰਨੇ ਕਿਲੋਮੀਟਰ ਦਾ ਉਦਘਾਟਨ ਆਪਾਂ ਕਰ ਰਹੇ ਹਾਂ? ਇਹ 1 ਕਿਲੋਮੀਟਰ ਸੜਕ ਬਣੇਗੀ, ਜਿਹੜੀ ਕਿ ਸੰਗੌਰ ਤੋਂ ਲੈ ਕੇ ਮਲੂਕਚੱਕ ਤੱਕ ਕਵਰ ਕਰੇਗੀ, ਔਰ 22 ਲੱਖ ਰੁਪਏ ਦੇ ਨਾਲ ਇਹ ਸੜਕ ਬਣ ਕੇ ਤਿਆਰ ਹੋਏਗੀ। ਕਿਉਂਕਿ ਇਹ ਕਾਫੀ ਦੇਰ ਦਾ ਸੀਗਾ ਇਹਨਾਂ ਦਾ ਪ੍ਰੋਜੈਕਟ, ਜਿਹੜਾ ਸੀ ਇਹਨਾਂ ਦੀ ਡਿਮਾਂਡ ਸੀ ਪਿੰਡ ਵਾਲਿਆਂ ਦੀ, ਔਰ ਸੜਕ ਦੀ ਵੀ ਬਹੁਤ ਬੁਰੀ ਹਾਲਤ ਸੀ। ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇਹਨਾਂ ਦੀ ਡਿਮਾਂਡ ਪੂਰੀ ਹੋ ਗਈ, ਔਰ ਸੜਕ ਜਲਦੀ ਹੀ ਬਣ ਕੇ ਤਿਆਰ ਹੋ ਜਾਏਗੀ। ਅੱਜ ਅਸੀਂ ਇਹਦਾ ਨੀਂਹ ਪੱਥਰ ਰੱਖਿਆ, ਔਰ ਲੋਕਾਂ ਨੂੰ ਇਹਦੀ ਕਾਫੀ ਸਹੂਲਤ ਹੋ ਜਾਏਗੀ। ਮੈਮ, ਕੱਲ ਜਿਹੜੀਆਂ ਐਮਸੀ ਦੀਆਂ ਵੋਟਾਂ ਹੋ ਰਹੀਆਂ ਨੇ, ਕੀ ਕਹੋਗੇ ਕਿ ਜਿੱਤ ਆਪਣੀ ਪੱਕੀ ਦਿਸ ਰਹੀ ਹੈ? ਬਿਲਕੁਲ ਜੀ, ਬਹੁਤ ਹੌਸਲਾ ਹੈ, ਔਰ ਬਹੁਤ ਅੱਛੀ ਅਸੀਂ ਕੈਂਡੀਡੇਟਸ ਦਿੱਤੇ ਨੇ, ਔਰ ਸਾਰੇ ਪੜ੍ਹੇ ਲਿਖੇ ਨੇ, ਔਰ ਮੈਨੂੰ ਲੱਗਦਾ ਕਿ ਬਹੁਤ ਭਾਰੀ ਵੋਟਾਂ ਦੇ ਨਾਲ ਉਹ ਜਿੱਤਣਗੇ, ਔਰ ਸਾਡੀ ਦੀਨਾਨਗਰ ਦੇ ਵਿੱਚ 10 ਸਾਲ ਦੇ ਬਾਅਦ ਸਾਡੀ ਆਪਣੀ ਕਮੇਟੀ ਬਣੇਗੀ ਸਾਡੀ ਪਾਰਟੀ ਦੀ। ਮੈਮ, ਇੱਕ ਜਿਹੜੀ ਚਰਚਾ ਜਿਹੜੀ 2022 ਨੂੰ ਵੋਟਾਂ ਲੈ ਕੇ ਵੀ ਅਰੁਣਾ ਚੌਧਰੀ ਜੀ ਜਿਹੜੀ ਜਿੱਤ ਹੈ ਹੁਣੇ ਡੈਫੀਨਿਟਲੀ ਪੱਕੀ ਹੋ ਚੁੱਕੀ ਆ, ਕੀ ਕਹਿਣਾ ਚਾਹੋਗੇ 2022 ਨੂੰ ਲੈ ਕੇ, ਤੇ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ, ਆਮ ਪਾਰਟੀ ਨਾਲ ਜਾਂ ਅਕਾਲੀ ਦਲ ਨਾਲ ਜਾਂ ਬੀਜੇਪੀ ਨਾਲ? ਦੇਖੋ, ਇਹ ਤਾਂ ਮੈਂ ਨਹੀਂ ਕਹਿ ਸਕਦੀ, ਇਹ ਤੇ ਜਿਹੜੀਆਂ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ, ਇੱਕ ਕਿਸਮ ਦਾ ਸਾਡਾ ਸੈਮੀ ਫਾਈਨਲ ਹੈ। ਸੋ ਇਹਦੇ ਬਾਅਦ 1 ਸਾਲ ਦੇ ਬਾਅਦ ਹਾਲਾਤ ਮੈਨੂੰ ਲੱਗਦਾ ਇਸ ਤੋਂ ਬਿਹਤਰ ਹੀ ਹੋਣਗੇ, ਕਿਉਂਕਿ ਅਸੀਂ ਡਿਵੈਲਪਮੈਂਟ ਦਾ ਜਿਵੇਂ ਕੰਮ ਚੱਕਿਆ ਆ, ਔਰ ਇੰਨਾ ਪੈਸਾ ਸ਼ਾਇਦ ਹੀ ਕਦੀ ਪਹਿਲੇ ਇਹਨਾਂ ਸਾਲਾਂ 'ਚ ਆਇਆ ਹੋਵੇ। ਔਰ ਹਾਲਾਂਕਿ 10 ਸਾਲ ਕਮੇਟੀ ਦਾ ਸ਼ਹਿਰ ਦੇ ਵਿੱਚ ਵਿਕਾਸ ਕੋਈ ਨਹੀਂ ਹੋਇਆ। 10 ਸਾਲ ਚਾਹੇ ਉਹਨਾਂ ਦੇ ਕਾਬਿਜ਼ ਸੀਗੀ ਬੀਜੇਪੀ ਪਾਰਟੀ, ਲੇਕਿਨ ਉਹਨਾਂ ਦੇ ਆਪਣੇ ਪ੍ਰਧਾਨ ਜਿਹੜੇ ਨੇ ਉਹ ਵੀ ਇਲੈਕਸ਼ਨ ਤੋਂ ਪਿੱਛੇ ਹਟ ਗਏ ਨੇ, ਉਹ ਆਪ ਵੀ ਇਲੈਕਸ਼ਨ ਨਹੀਂ ਲੜ ਰਹੇ। ਇਹ ਤਾਂ ਬਿਹਤਰ ਉਹੀ ਦੱਸ ਸਕਦੇ ਨੇ ਕਿ ਕਿਉਂ, ਕੀ ਕਾਰਨ ਹੈ ਇਸ ਦਾ। ਲੇਕਿਨ ਮੈਨੂੰ ਪੂਰੀ ਆਸ ਹੈ ਕਿ ਲੋਕ ਸਾਡੇ ਨਾਲ ਨੇ। ਦੇਖੋ, ਇਹ ਲੋਕਾਂ ਦੇ ਉੱਤੇ ਡਿਪੈਂਡ ਕਰਦਾ ਕਿ ਅਗਰ ਉਹ ਤੁਹਾਨੂੰ 5 ਸਾਲ ਦੀ ਅਗਲੀ ਸੇਵਾ ਹੋਰ ਦੇਣਾ ਚਾਹੁੰਦੇ ਨੇ ਤੁਹਾਡੇ ਕੰਮਾਂ ਨੂੰ ਦੇਖਦੇ ਹੋਏ, ਇਹ ਉਹਨਾਂ ਦੇ ਹੁਣ ਵੀ ਜਿਹੜੇ ਮੈਂ ਕੰਮ ਕਰ ਰਹੀ ਹਾਂ, ਇਹ ਉਹਨਾਂ ਦੀ ਬਦੌਲਤ ਹੀ, ਉਹਨਾਂ ਦੀ ਵੋਟਾਂ ਦੀ ਬਦੌਲਤ ਹੈ ਕਿ ਮੈਨੂੰ 3 ਵਾਰੀ ਉਹਨਾਂ ਨੇ ਲਗਾਤਾਰ ਜਿਤਾਇਆ, ਔਰ ਮੈਂ 3 ਵਾਰੀ ਜਿੱਤ ਕੇ ਮੇਰੀ ਸੀਨੀਅਰਿਟੀ ਬਣ ਗਈ, ਔਰ ਮੈਂ ਮੰਤਰੀ ਬਣ ਗਈ। ਸੋ ਇਹ ਲੋਕਾਂ ਦੀ ਇੱਛਾ ਹੈ। ਇਹ ਅਗਰ ਮੌਕਾ ਮਿਲੇਗਾ ਤਾਂ ਫਿਰ ਇਸ ਤੋਂ ਵੀ ਵੱਧ ਕੰਮ ਕਰਾਂਗੇ। ਇੱਕ ਮੇਰਾ ਲਾਸਟ ਸਵਾਲ ਹੋਰ ਆ, ਜੋ ਬੀਜੇਪੀ ਸਰਕਾਰ ਨੇ, ਮੋਦੀ ਸਰਕਾਰ ਨੇ ਕਿਸਾਨਾਂ ਦੇ ਕਾਲੇ ਕਾਨੂੰਨ ਥੋਪੇ ਨੇ, ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਕਾਲੇ ਕਾਨੂੰਨ ਕਿਸਾਨਾਂ ਦੇ ਬਣਾਏ ਨੇ, ਬਹੁਤ ਹੀ ਲੋਕ ਕਿਸਾਨਾਂ ਦੇ ਨੂੰ ਮਾਰੂ ਇਹ ਜਿਹੜੇ ਬਿੱਲ ਨੇ ਇਹ ਦਿੱਤੇ ਨੇ, ਉਹ ਸਾਡੇ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹਨਾਂ 3 ਕਾਲੇ ਕਾਨੂੰਨਾਂ ਨੂੰ ਰਿਜੈਕਟ ਕਰਕੇ ਉਹਨਾਂ ਨੇ ਆਪਣੇ ਵੱਲੋਂ, ਅਸੀਂ ਸਾਰੇ ਇਕੱਠੇ ਹੋ ਕੇ ਗਵਰਨਰ ਸਾਹਿਬ ਨੂੰ ਦੇਣ ਗਏ ਸੀ ਮੈਮੋਰੰਡਮ ਕਿ ਤੁਸੀਂ ਆਪਣਾ ਇਹ ਸਾਡੇ ਜਿਹੜੇ ਪਾਸ ਕਰਕੇ ਇਹ ਅੱਗੇ ਰਾਸ਼ਟਰਪਤੀ ਜੀ ਨੂੰ ਭੇਜਿਆ ਜਾਏ। ਬਟ ਅਫਸੋਸ ਦੀ ਗੱਲ ਹੈ ਕਿ ਗਵਰਨਰ ਸਾਹਿਬ ਨੇ ਇਸ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ, ਹਜੇ ਤੱਕ ਉਹਨਾਂ ਨੇ ਸਾਈਨ ਵੀ ਨਹੀਂ ਹਜੇ ਕੀਤੇ। ਬਟ ਫਿਰ ਵੀ ਸਾਡੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੇ ਹਾਂ, ਔਰ ਕਿਸਾਨਾਂ ਦੀ ਡਿਮਾਂਡ ਸਿਰਫ 2 ਹੈ ਮੇਨ ਮੁੱਦੇ ਹੈ, ਜਿਹੜੇ ਕਿ MSP ਜਿਹੜੀ ਹੈ ਉਹ ਨਹੀਂ ਬੰਦ ਹੋਣੀ ਚਾਹੀਦੀ, ਦੂਸਰੀ ਸਰਕਾਰੀ ਖਰੀਦ ਜਿਹੜੀ ਉਹ ਚਾਲੂ ਰਹਿਣੀ ਚਾਹੀਦੀ ਹੈ। ਇਹ ਸਿਰਫ 2 ਚੀਜ਼ਾਂ ਨੇ ਜਿਹੜੀਆਂ ਕਿ ਉਹ ਵਰਬਲੀ ਤੇ ਜ਼ਬਾਨੀ ਦੇ ਕਹਿੰਦੇ ਨੇ ਕਿ ਅਸੀਂ ਨਹੀਂ ਕਰਾਂਗੇ, ਲੇਕਿਨ ਉਹ ਕਾਨੂੰਨ 'ਚ ਸ਼ਾਮਿਲ ਨਹੀਂ ਕਰਨਾ ਚਾਹੁੰਦੇ। ਸੋ ਇਸੇ ਗੱਲ ਦੀ ਲੜਾਈ ਹੈ, ਔਰ ਮੈਨੂੰ ਲੱਗਦਾ ਕਿ ਕਿਸਾਨ ਵੀਰ ਸਾਡੇ ਡਟੇ ਹੋਏ ਨੇ, ਠੰਡ ਦੇ ਬਾਵਜੂਦ, ਉੱਥੇ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਡਟੇ ਹੋਏ ਨੇ। ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ, ਔਰ ਮੈਨੂੰ ਉਮੀਦ ਹੈ ਕਿ ਉਹ ਜਿੱਤ ਕੇ ਵਾਪਸ ਆਉਣਗੇ। ਥੈਂਕ ਯੂ ਸਰ। ਇੱਕ ਸਵਾਲ ਤੁਹਾਨੂੰ ਮੇਰਾ ਸਵਾਲ ਹੈ, ਜਿਹੜਾ 26 ਤਰੀਕ ਨੂੰ ਲੈ ਕੇ ਕੇਸਰੀ ਝੰਡੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਨਹੀਂ, ਕੇਸਰੀ ਝੰਡਾ ਤੇ ਦੇਖੋ, ਜਿਹੜਾ ਇਹ ਗੱਲ ਕਹਿੰਦੇ ਆ ਕਿ ਤਿਰੰਗੇ ਦਾ ਅਪਮਾਨ ਹੋਇਆ, ਉਹ ਤਾਂ ਗਲਤ ਗੱਲ ਹੈ। ਤਿਰੰਗਾ ਤਾਂ ਉਸੇ ਤਰ੍ਹਾਂ ਝੁਲਦਾ ਪਿਆ। ਉਹ ਤੇ ਨਿਸ਼ਾਨ ਸਾਹਿਬ ਜਿਹੜਾ ਸਾਡਾ ਸਿੱਖੀ ਦਾ ਪ੍ਰਤੀਕ ਹੈ, ਪੰਥ ਦਾ ਨਿਸ਼ਾਨ ਹੈ, ਉਹ ਚੰਦ ਬੰਦਿਆਂ ਨੇ, ਵੈਸੇ ਤੇ ਉਹ ਅਨਫਾਰਚੂਨੇਟ ਆ, ਨਹੀਂ ਸੀ ਹੋਣਾ ਚਾਹੀਦਾ, ਪਰ ਜੇ ਜਿਨ੍ਹਾਂ ਨੇ ਵੀ ਉਹ ਕੀਤਾ, ਪਰ ਈਵਨ ਦੈਨ ਮੈਂ ਸਮਝਦਾ ਵੀ ਝੰਡੇ ਦੀ ਕੋਈ ਅਪਮਾਨ ਨਹੀਂ ਕੀਤਾ। ਝੰਡਾ ਤਾਂ ਉਸੇ ਤਰ੍ਹਾਂ ਝੁਲਦਾ ਪਿਆ ਸੀ, ਔਰ ਤਿਰੰਗੇ ਦਾ ਕੀ ਮੁਕਾਬਲਾ ਹੈਗਾ? ਕਿਸੇ ਪਰਟੀਕੂਲਰ ਧਰਮ ਦਾ ਕੋਈ ਝੰਡਾ ਹੋ ਸਕਦਾ, ਮੇਰੇ ਧਰਮ ਦਾ ਕੋਈ ਹੋਰ ਹੋ ਸਕਦਾ, ਤੁਹਾਡੇ ਦਾ ਕੋਈ ਹੋਰ ਹੋ ਸਕਦਾ, ਉਹਨਾਂ ਦਾ ਕੋਈ ਹੋਰ ਹੋ ਸਕਦਾ।
ਉਹ ਧਾਰਮਿਕ ਚਿੰਨ੍ਹ ਹੈ, ਪਰ ਜਿਹੜਾ ਨੈਸ਼ਨਲ ਫਲੈਗ ਹੈ ਉਹ ਤਾਂ ਇੱਕੋ ਹੀ ਹੈ, ਉਹ ਤਾਂ ਸਾਰੇ ਹਿੰਦੁਸਤਾਨ ਦਾ, ਉਹਦੀ 'ਚ ਤਾਂ ਕੋਈ ਪ੍ਰੋਬਲਮ ਨਹੀਂ। ਸਰ ਜਿਹੜੇ 26 ਤਰੀਕ ਕਈ ਕਿਸਾਨ ਵੀਰ ਜਿਹੜੇ ਹਜੇ ਤੱਕ ਗੁੰਮ ਨੇ ਉਹਨਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ? ਜਿਹੜਾ ਹਜੇ ਤੱਕ ਲਾਪਤਾ ਨੇ, ਕੁਝ ਮਰ ਚੁੱਕੇ ਨੇ, ਕੁਝ ਜੇਲ੍ਹਾਂ ਅੰਦਰ ਨੇ, ਉਹਨਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ? ਦੇਖੋ, ਕੈਪਟਨ ਸਾਹਿਬ ਨੇ ਇੱਕ ਵਫਦ, ਇੱਕ ਡੈਪੂਟੇਸ਼ਨ ਭੇਜਿਆ ਸੀ ਮੰਤਰੀਆਂ ਦਾ, ਜਿਹਦੇ 'ਚ ਸੁਖਜਿੰਦਰ ਰੰਧਾਵਾ ਤੇ ਹੋਰ ਮੰਤਰੀ ਵੀ ਸਨ। ਉਹ ਅਮਿਤ ਸ਼ਾਹ ਜੀ ਨਾਲ, ਜਿਹੜੇ ਸਾਡੇ ਹੋਮ ਮਿਨਿਸਟਰ ਨੇ, ਜਿਹੜੇ ਓਵਰਆਲ ਇੰਚਾਰਜ ਨੇ ਹੋਮ ਡਿਪਾਰਟਮੈਂਟ ਦੇ, ਉਹਨਾਂ ਨੂੰ ਮਿਲੇ ਨੇ ਔਰ ਉਹਨਾਂ ਨੇ ਜਾ ਕੇ ਕਿਹਾ ਜੀ ਕਿ ਘੱਟੋ ਘੱਟ ਵੇਅਰ ਅਬਾਊਟਸ 'ਤੇ ਪਤਾ ਲੱਗਣਾ ਚਾਹੀਦਾ, ਜਿਹੜੇ ਬੰਦੇ ਗੁੰਮ ਨੇ ਜਾਂ ਲਾਪਤਾ ਨੇ, ਜੇਲ੍ਹਾਂ 'ਚ ਨੇ ਜਾਂ ਆਇਆ ਉਹ ਕਿਤੇ ਕਿੱਧਰ ਗਏ ਨੇ। ਆਖਰਕਾਰ ਧਰਤੀ ਥੋੜ੍ਹੀ ਖਾ ਗਈ ਹੈ, ਤੇ ਇੱਥੇ ਹੀ ਨਾ ਕਿ ਜੇ ਉਹਨਾਂ ਦੇ ਉੱਤੇ ਕੋਈ ਉਹਨਾਂ ਨੇ ਕੋਈ ਜੁਰਮ ਕੀਤਾ ਤਾਂ ਉਹਦੇ ਮੁਤਾਬਕ ਵੀ ਪਤਾ ਤਾਂ ਲੱਗਣਾ ਚਾਹੀਦਾ ਕਿੱਥੇ ਨੇ। ਇਸ ਕਰਕੇ ਸਾਰੀ ਦੁਨੀਆ ਦੀ ਸਿੰਪਥੀ ਨਾਲ ਹੈ। ਹਿਊਮਨ ਰਾਈਟਸ ਜਿਹੜੇ ਉਹਦੀ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ। ਜੇ ਕਿਸੇ ਨੇ ਪ੍ਰੋਟੈਸਟ ਕੀਤਾ, ਜੇ ਕਿਸੇ ਨੇ ਕੋਈ ਔਫੈਂਸ ਕੀਤਾ, ਠੀਕ ਹੈ, ਆਲ ਰਾਈਟ। ਜਿਹਨੇ ਨਹੀਂ ਕੀਤਾ ਉਹ ਵੀ ਲਾਪਤਾ, ਤੇ ਫਿਰ ਤੇ ਲਾਲੈਸਨੈਸ ਹੋ ਗਈ ਨਾ, ਜਿਹੜੀ ਕਿ ਨਹੀਂ ਹੋਣੀ ਚਾਹੀਦੀ ਡੈਮੋਕ੍ਰੈਟਿਕ ਕੰਟਰੀ 'ਚ ਖਾਸ ਤੌਰ 'ਤੇ। ਸੋ ਬਹੁਤ ਬਹੁਤ ਧੰਨਵਾਦ। ਤੁਸੀਂ ਦੇਖ ਸੀ ਪਕਾਰ ਟੀਵੀ, ਮੇਰੇ ਨਾਲ ਖੜੇ ਸੀ ਮੈਡਮ ਅਰੁਣਾ ਚੌਧਰੀ ਕੈਬਨਿਟ ਮੰਤਰੀ ਔਰ ਅਸ਼ੋਕ ਕੁਮਾਰ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ। ਤੁਸੀਂ ਦੇਖ ਰਹੇ ਹੋ ਪਕਾਰ ਟੀਵੀ, ਪਕਾਰ ਆਪਣਿਆਂ ਦੀ ਆਪਣਿਆਂ ਲਈ।